ਬਾਦਲ ਦਲ ਦੇ ਆਈਟੀ ਸੈੱਲ ਵੱਲੋਂ ਜੋ ਇਖਲਾਕਹੀਣ ਟਿੱਪਣੀਆਂ ਬੀਬੀ ਸਤਵੰਤ ਕੌਰ ਬਾਰੇ ਕੀਤੀਆਂ ਜਾ ਰਹੀਆਂ ਨੇ, ਸ਼ਰਮ ਆਉਂਦੀ ਆ ਕਿ ਅਸੀਂ ਤਾਂ ਦੁਸ਼ਮਣ ਦੀਆਂ ਇੱਜ਼ਤਾਂ ਬਚਾਉਂਦੇ ਸੀ। ਗਿਆਨੀ ਹਰਪ੍ਰੀਤ ਸਿੰਘ ਹੈ। ਮੰਨ ਲਈ ਗੱਲ, ਬਾਦਲ ਦਲ ਵਾਲਿਓ ਵੀ ਬੜਾ ਭੈੜਾ ਬੰਦਾ। ਜੇ ਭੈੜਾ ਸੀ, ਤੁਸੀਂ ਉਹਨੂੰ ਸਾਡੀ ਕੌਮ ਦੇ ਸਭ ਤੋਂ ਪਵਿੱਤਰ ਉੱਚੇ ਅਹੁਦੇ ਤੇ ਕਿਉਂ ਬਿਠਾਈ ਰੱਖਿਆ ਜੀ? ਹੁਣ ਗਰੇਵਾਲ ਮਹੇਸ਼ ਇੰਦਰ ਸਿੰਘ ਗਰੇਵਾਲ ਉਹ ਬੜਾ ਪਿੱਟਣ ਲੱਗਿਆ ਹੋਇਆ। ਕਹਿੰਦਾ ਜੀ ਇੱਕ ਦਿਨ ਇਹਨੇ ਫੋਨ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਮਿਤ ਸ਼ਾਹ ਨੂੰ ਕਹਿੰਦਾ ਹੈ ਕਿ ਤੁਸੀਂ ਰਵਨੀਤ ਬਿੱਟੂ ਨੂੰ ਕਿਉਂ ਮੰਤਰੀ ਬਣਾਉਣ ਲੱਗੇ ਹੋਏ? ਸ਼੍ਰੋਮਣੀ ਕਮੇਟੀ ਦਾ ਸਕੱਤਰ ਤੇ ਪਹਿਲੇ 20 ਅਹੁਦੇ ਏਜੰਸੀਆਂ ਨਾਲ ਮਿਲੀ ਭੁਗਤ ਬਗੈਰ ਰਹਿ ਹੀ ਨਹੀਂ ਸਕਦੇ। ਅਸੀਂ ਕੀ ਲੈਣਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਿਹੜੀ ਜਾਤ ਆ? ਹੁਣ ਪੂਰੀ ਕੌਮ ਦੀ ਹੇਠੀ ਕਰ ਰਹੇ ਹੋ। ਬਾਦਲਾਂ ਦਾ ਆਈਟੀ ਸੈੱਲ ਲਗਾਤਾਰ ਕਹਿ ਰਿਹਾ ਉਹ ਭਾਟੜਾ, ਉਹ ਭਾਪੜਾ, ਉਹ ਫਲਾਨੀ ਜਾਤ, ਉਹਦੇ ਉਹ ਫਲਾਨੀ। ਇਹ ਕੀ ਹੋ ਕੀ ਰਿਹਾ ਹੈ? ਮੈਨੂੰ ਸ਼ਰਮ ਆਉਂਦੀ ਆ ਉਹਨਾਂ ਫੈਡਰੇਸ਼ਨ ਵਾਲਿਆਂ ਤੇ ਜਿਹੜੇ ਭਾਈ ਅਮਰੀਕ ਸਿੰਘ ਦਾ ਸਾਥ ਸਹਿਯੋਗ ਮਾਣਦੇ ਰਹੇ, ਜਿਹੜੇ ਕਹਿੰਦੇ ਆ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਬਣਿਆ ਹੋਇਆ, ਜਿਹੜੇ ਹੁਣ ਬਾਦਲ ਧੜੇ ਦਾ ਝੰਡਾ ਚੱਕੀ ਫਿਰਦੇ ਆ। ਤੁਸੀਂ ਇਕੱਠੇ ਹੋ ਕੇ ਸੁਖਬੀਰ ਬਾਦਲ ਨੂੰ ਮਿਲ ਕੇ ਇੰਨੀ ਗੱਲ ਵੀ ਨਹੀਂ ਕਹਿ ਸਕਦੇ ਮਹਿਤੇ ਚਾਵਲੇ ਗਰੇਵਾਲ ਵਰਗੇ ਕਿ ਬਾਬਾ ਜੀ ਮਹਾਪੁਰਸ਼ੋ ਕਾਹਨੂੰ ਗੰਦ ਪਾਉਣ ਲੱਗੇ ਹੋਏ ਹੋ? ਬੀਬੀ ਸਤਵੰਤ ਕੌਰ ਦੇ ਖਿਲਾਫ ਲਿਖਣ ਵੇਲੇ ਜੋ ਕੁਝ ਬਕਵਾਸ ਕੀਤੀ ਜਾ ਰਹੀ ਹੈ, ਜੇ ਅਸੀਂ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਨਹੀਂ ਬਖਸ਼ਦੇ ਤੇ ਹੋਰਾਂ ਨੂੰ ਅਸੀਂ ਕੀ ਲਈ ਬੈਠੇ? ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਅਕਾਲ ਤਖਤ ਰਹੇ ਬੰਦੇ ਨਾਲ ਅਸੀਂ ਕਰ ਰਹੇ ਹਾਂ, ਜੇ ਸੰਤਾਂ ਦੀ ਗੋਦ ਦਾ ਨਿੱਘ ਮੰਨਣ ਵਾਲੇ ਬੰਦੇ ਵੀ ਨਹੀਂ ਆਹ ਅਕਾਲੀ ਹੁੰਦੇ ਆ। ਬਾਦਲ ਦਲ ਦੇ ਵਿਰੋਧੀ ਇਹ ਬਾਦਲ ਦਲ ਚ ਹੀ ਹੁੰਦੇ ਸੀ ਜਿਹੜੇ ਹੁਣ ਗਿਆਨੀ ਹਰਪ੍ਰੀਤ ਸਿੰਘ ਨਾਲ ਆ। ਕੱਲ ਨੂੰ ਤੁਸੀਂ ਫੇਰ ਇਕੱਠੇ ਹੋ ਜਾਣਾ। ਬਾਦਲ ਤੇ ਚੌੜਾ 100 ਵਾਰ ਲੜੇ ਆ ਸਾਡੇ ਸਾਹਮਣੇ। ਅਸੀਂ ਤੁਹਾਡਾ ਕੀ ਆਚਾਰ ਪਾਉਣਾ ਜੀ? ਤੁਸੀਂ ਤਾਂ ਕੌਮ ਦੀ ਹੇਠੀ ਕਰਦੇ ਹੋ, ਲੜਦੇ ਹੋ। ਤੁਹਾਡੇ ਇਸੇ ਰੰਡੀ ਰੋਣੇ ਨੇ ਪੰਜਾਬ ਕੱਟਿਆ ਪਿਆ, ਪੰਥ ਨੂੰ ਦੁਰਗਤੀ ਕੀਤੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਵਿੱਚ ਇਹਨਾਂ ਨੇ ਆਪਦਾ ਆਜ਼ਾਦੀ ਦਿਹਾੜਾ ਮਨਾਇਆ ਤੇ ਹਰ ਸਾਲ ਵਾਂਗ ਜਿਵੇਂ ਉਹ ਕਰਦੇ ਹੁੰਦੇ ਆ ਸ਼ੋਸ਼ੇਬਾਜ਼ੀ, ਉਹ ਸਾਰੀ ਕੀਤੀ। ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਭਾਰਤ ਆਜ਼ਾਦ ਹੋ ਗਿਆ, ਉਹਨਾਂ ਸਾਰਿਆਂ ਨੇ ਵੀ ਇਸ ਮੌਕੇ ਆਪੋ ਆਪਣੇ ਢੰਗ ਤਰੀਕੇ ਨਾਲ ਖੁਸ਼ੀਆਂ ਮਨਾਈਆਂ। ਤੇ ਜਿਨ੍ਹਾਂ ਦੇ ਘਰਾਂ ਦੇ ਘਰ ਉੱਜੜ ਗਏ, ਜਿਨ੍ਹਾਂ ਨੇ ਇਸ ਮੁਲਕ ਦੇ ਵਿੱਚ ਕਦੇ ਸੁੱਖ ਦਾ ਸਾਹ ਨਹੀਂ ਲਿਆ, ਜਿਨ੍ਹਾਂ ਲੋਕਾਂ ਨੂੰ ਇਸ ਭਾਰਤੀ ਸਿਸਟਮ ਨੇ ਸੂਲੀ ਤੇ ਟੰਗਿਆ ਹੋਇਆ, ਉਹਨਾਂ ਸਾਰਿਆਂ ਨੇ ਇਸ ਮੌਕੇ ਆਪਣੇ ਦੁੱਖ ਨੂੰ, ਆਪਣੀ ਪੀੜ ਨੂੰ, ਆਪਣੇ ਦਰਦ ਨੂੰ ਸਾਂਝਾ ਕੀਤਾ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਅੱਜ ਸੌਖਾ ਹੋ ਗਿਆ। ਬਹੁਤ ਸਾਰੇ ਭੈਣਾਂ ਭਰਾਵਾਂ ਨੇ ਆਪੋ ਆਪਣੀ ਪੀੜ ਸਾਂਝੀ ਕੀਤੀ ਆ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਮਜੀਤ ਸਿੰਘ, ਜਿਹੜੇ ਭਾਵੇਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੇਵਾ ਕਰਦੇ ਰਹੇ, ਡਿਊਟੀ ਕਰਦੇ ਰਹੇ, ਪਰ ਸਿੱਖ ਸੰਘਰਸ਼ ਵਿੱਚ ਉਹਨਾਂ ਦਾ ਜਿਹੜਾ ਬੇਮਿਸਾਲ ਯੋਗਦਾਨ ਹੈ, ਸਾਰੀਆਂ ਖਾੜਕੂ ਧਿਰਾਂ, ਖਾੜਕੂ ਜਥੇਬੰਦੀਆਂ ਦੇ ਆਗੂਆਂ ਨਾਲ ਉਹਨਾਂ ਦਾ ਮੇਲ ਮਿਲਾਪ ਰਿਹਾ। ਸਾਡੇ ਜਿਹੜੇ ਜਰਨੈਲ ਸੀ, ਉਹਨਾਂ ਸਾਰਿਆਂ ਦੇ ਨਾਲ ਜਿਸ ਸੱਜਣ ਦਾ ਤਾਲਮੇਲ ਰਿਹਾ ਹੋਵੇ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਉਹਨਾਂ ਬਾਰੇ ਜਾਣਨਾ। ਤੇ ਮੈਂ ਤਾਂ ਪਰਸੋਂ ਚੌਥੇ ਵੀ ਫੋਨ ਕੀਤਾ ਸੀ ਵੀ ਭਾਜੀ ਸਾਰਾ ਕੁਝ ਲਿਖੋ। ਅੱਜ ਸਰਦਾਰ ਕਰਮਜੀਤ ਸਿੰਘ ਨੇ 1947 ਦੀ ਉਹ ਕਲਹਿਣੀ, ਜਿਹੜੀ ਜਿਹਨੂੰ ਕਹਿੰਦੇ ਆ ਬਈ ਵੰਡ ਹੋ ਗਈ, ਸਾਡੀ ਜਿਹੜਾ ਪੁਆੜਾ ਪਿਆ, ਜੋ ਸਾਡੇ ਤੇ ਕਹਿਰ ਝੁੱਲੇ, ਉਹਦੇ ਬਾਰੇ ਆਪਦਾ ਨਿੱਜੀ ਜਿਹੜਾ ਜੇਕਰ ਉਹ ਕੀਤਾ ਕਿ ਕਿਵੇਂ ਮੇਰੇ ਪਿਓ ਦਾ ਸਿਰ ਜਿਹੜਾ ਸੀ ਉਹ ਧੌਣ ਤੋਂ ਅੱਡ ਕਰ ਦਿੱਤਾ ਗਿਆ ਭੀੜ ਵੱਲੋਂ, ਵਹਿਸ਼ੀ ਭੀੜ ਵੱਲੋਂ। ਕਿਵੇਂ ਮੇਰੀ ਮਾਂ ਨੇ ਮੈਨੂੰ ਗੋਦੀ 'ਚ ਚੱਕਿਆ ਹੋਇਆ ਸੀ ਤੇ ਜਦੋਂ ਵਹਿਸ਼ੀ ਦਰਿੰਦੇ ਭੀੜ ਸਾਡੇ ਦੁਆਲੇ ਹੋਏ ਸੀ ਤੇ ਅਸੀਂ ਭੱਜ ਕੇ ਜਦੋਂ ਜਾ ਰਹੇ ਸੀ ਤੇ ਮੇਰੀ ਮਾਂ ਮੈਨੂੰ ਦੇਖਿਆ ਵੀ ਹੁਣ ਬਚਾ ਨਹੀਂ ਸਕਦੇ ਤੇ ਖੂਹ ਵਿੱਚ ਛਾਲ ਮਾਰਤੀ। ਮਾਂ ਚੜ੍ਹਾਈ ਕਰ ਗਈ ਤੇ ਮੈਂ ਛੋਟਾ ਸੀ, ਬਚ ਗਿਆ, ਬਾਅਦ ਵਿੱਚ ਕੱਢ ਲਿਆ। ਤੇ ਜਿੰਨੇ ਬਾਕੀ ਪਰਿਵਾਰ ਦੇ ਹੋਰ ਮੈਂਬਰ ਸੀ, ਉਹਨਾਂ ਸਾਰਿਆਂ ਨੂੰ
ਉਹ ਜਿਹੜੀ ਜਨੂਨੀ ਵਹਿਸ਼ੀ ਭੀੜ ਸੀ ਉਹ ਕਿਤੇ ਲੈ ਗਏ ਤੇ ਕਹਿਣ ਲੱਗੇ ਬਈ ਉੱਥੇ ਹੋਰ ਵੀ ਲੋਕ ਇਕੱਠੇ ਹੋ ਗਏ ਵੀ ਇਹਨਾਂ ਨੂੰ ਮੁਸਲਮਾਨ ਬਣਾ ਲਓ ਸਾਰਿਆਂ ਨੂੰ। ਉਹ ਕਹਿਣ ਲੱਗੇ ਵੀ ਨਹੀਂ, ਏਦਾਂ ਧੱਕੇ ਨਾਲ ਮੁਸਲਮਾਨ ਬਣਾਉਣਾ ਤਾਂ ਗਲਤ ਹੈ, ਤੇ ਚਲੋ ਇਹਨਾਂ ਨੂੰ ਆਪਾਂ ਫੌਜ ਦਾ ਜਿਹੜਾ ਕੈਂਪ ਆ ਫਲਾਣੇ ਥਾਂ ਤੇ ਉੱਥੇ ਛੱਡ ਆਉਂਦੇ ਆ। ਉੱਥੇ ਉਹ ਫਿਰ ਭਾਰਤ ਇੰਡੀਆ ਸਰਹੱਦ ਪਾਰ ਕਰਾਤਾ ਕੈਂਪ ਤੋਂ। ਅਗਲੀ ਗੱਲ ਫਿਰ ਉਹ ਜਿਵੇਂ ਲਿਖਦੇ ਆ ਕਿ ਮੈਨੂੰ ਵੀ ਕਿਸੇ ਨੇ ਕੱਢ ਲਿਆ, ਮੈਂ ਬਚ ਗਿਆ ਤੇ ਮੇਰੀ ਮਾਂ ਨੂੰ ਉੱਥੇ ਦਫਨਾ ਦਿੱਤਾ ਗਿਆ ਤੇ 3 ਦਿਨ ਬਾਅਦ ਮੈਂ ਉਸ ਕੈਂਪ 'ਚ ਆਪਦੇ ਪਰਿਵਾਰ ਨੂੰ ਫਿਰ ਮਿਲ ਪਿਆ। ਫਿਰ ਅੱਗੇ ਉਹਨਾਂ ਨੇ ਆਪਣੀ ਸਾਰੀ ਜਿਹੜੀ ਦਾਸਤਾਨ ਆ ਉਹ ਲਿਖੀ। ਪਰ ਇਹੋ ਜਿਹੀਆਂ ਹਜ਼ਾਰਾਂ ਹੀ ਕਹਾਣੀਆਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਇੱਕ ਵਾਰ ਇਸ ਕਹਿਰ ਦੇ ਮੌਕੇ ਜੋ ਕੁਝ ਗਲਤ ਮਲਤ ਵਾਪਰਿਆ, ਇਹਦੇ ਲਈ ਪੰਜਾਬੀ ਭਵਨ ਦੇ ਵਿੱਚ ਲੁਧਿਆਣੇ ਜਿਵੇਂ ਮਾਫੀ ਮੰਗੀ ਦੀ ਆ, ਏਦਾਂ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਤੋਂ ਵੀ ਉਸ ਮੌਕੇ ਜੋ ਜ਼ੁਲਮ ਹੋਇਆ, ਜੋ ਧੀਆਂ ਭੈਣਾਂ ਬੇਪਤ ਹੋਈਆਂ, ਜਿਵੇਂ ਲੋਕਾਂ ਦੀਆਂ ਜਾਨਾਂ ਗਈਆਂ, ਪਛਤਾਵੇ ਦੀ ਅਰਦਾਸ ਵੀ ਕੀਤੀ ਗਈ ਸੀ। ਉਹੋ ਜਿਹੇ ਕੰਮ ਵੀ ਹੁਣ ਬਹੁਤ ਲੋਕ ਕਰਦੇ ਨੇ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਸੱਜਣ ਉਧਰੋਂ ਆ ਕੇ ਇੱਧਰ ਵਸੇ ਹੋਏ ਲੋਕਾਂ ਦੀਆਂ ਵੀਡੀਓਜ਼ ਬਣਾ ਕੇ ਜਦੋਂ ਗੱਲਾਂ ਬਾਤਾਂ ਭਾਵਕ ਮਾਹੌਲ ਵਿੱਚ ਸਾਂਝੀਆਂ ਕਰਦੇ ਨੇ, ਤੇ ਉਧਰਲੇ ਪੰਜਾਬ 'ਚ ਜਾਂ ਪਾਕਿਸਤਾਨ ਦੇ ਵਿੱਚ ਜਿਹੜੇ ਇਧਰੋਂ ਉੱਜੜ ਕੇ ਗਏ ਆ, ਉਹਨਾਂ ਦੀਆਂ ਕਹਾਣੀਆਂ ਵੀ ਇੱਧਰ ਸਾਂਝੀਆਂ ਕਰਦੇ ਆ ਲੋਕ। ਤਾਂ ਇਸ ਸਾਰੇ ਕਾਸੇ ਤੋਂ ਬਾਹਮਣ ਬੜਾ ਦੁਖੀ ਆ, ਹਿੰਦੂ ਬੜਾ ਦੁਖੀ ਆ। ਡੀਪ ਸਟੇਟ ਨੂੰ ਇਹ ਜਿਹੜੀ ਦੁੱਖ ਦੀ ਸਾਂਝ ਆ ਅਜਾੜੇ ਮੌਕੇ, ਹੁਣ ਇਹ ਤਾਂ ਕਹਿੰਦੇ ਨੇ ਆਜ਼ਾਦੀ ਆ ਗਈ। ਸਾਡੇ ਤਾਂ ਘਰਾਂ 'ਚ ਇਹੀ ਗੱਲ ਚੱਲਦੀ ਰਹੀ ਆ ਵੀ ਜਦੋਂ ਉਜਾੜਾ ਪਿਆ ਸੀ 47। ਸੋ ਜਿਹੜਾ ਉਜਾੜੇ ਦੇ ਦਿਨਾਂ ਦੇ ਵਿੱਚ ਪੀੜ ਝੱਲੀ, ਉਸ ਮੌਕੇ ਉਸ ਵਹਿਸ਼ੀ ਜਨੂਨ ਦੇ ਸ਼ਿਕਾਰ ਹੋ ਕੇ ਲੋਕਾਂ ਨੇ ਬਹੁਤ ਇੱਕ ਦੂਜੇ ਦੇ ਉੱਤੇ ਮਾੜਾ ਕੀਤਾ। ਪਰ ਹੁਣ ਅੱਜ ਦੇ ਦੌਰ ਵਿੱਚ ਦੋਨੇ ਪਾਸਿਆਂ ਤੋਂ ਬੜੀ ਇਸ ਗੱਲ ਦੀ ਸ਼ਰਮ ਮੰਨੀ ਜਾਂਦੀ ਆ, ਤਕਲੀਫ ਮੰਨੀ ਜਾਂਦੀ ਆ ਵੀ ਆਪਾਂ ਉਦੋਂ ਇਕੱਠੇ ਰਹਿੰਦਿਆਂ ਨੇ ਇੱਕ ਦੂਜੇ ਨਾਲ ਕੀ ਕੁਛ ਕੀਤਾ, ਤੇ ਨਾ ਕੁਛ ਗੋਰਿਆਂ ਦਾ ਗਿਆ ਤੇ ਨਾ ਇਹਨਾਂ ਕਾਲਿਆਂ ਦਾ ਗਿਆ। ਆ ਜਿਹੜੇ ਕਾਲੇ ਅੰਗਰੇਜ਼ 1947 ਤੋਂ ਬਾਅਦ ਭਾਰਤ ਵਿੱਚ ਕਾਬਜ ਹੋ ਕੇ ਬਹਿ ਗਏ, ਇੱਕ ਦੂਜੇ ਦਾ ਕਤਲ ਭੜਾਂਗਾ, ਇਹ ਜਿਹੜਾ ਕੁਝ ਵਾਪਰਿਆ ਹੁਣ ਅੱਜ ਦੇ ਦੌਰ ਵਿੱਚ ਸਾਡੇ ਜਵਾਨ ਹੋ ਰਹੇ ਧੀਆਂ ਪੁੱਤ ਇਧਰੋਂ ਤੇ ਉਧਰੋਂ ਪੀੜ ਦਾ, ਦੁੱਖ ਦਾ ਇਜ਼ਹਾਰ ਇਕੱਠਾ ਕਰਕੇ ਜਦੋਂ ਸੋਸ਼ਲ ਮੀਡੀਆ ਰਾਹੀਂ ਬਿਆਨ ਕਰਦੇ ਆ ਤਾਂ ਬੜੀ ਤਕਲੀਫ ਆ ਡੀਪ ਸਟੇਟ ਨੂੰ। ਅੱਜ ਜਦੋਂ ਜੰਗ ਜੀ ਦਾ ਡਰਾਮਾ ਹੋਇਆ ਪਿਛਲੇ ਦਿਨੀ ਮਈ ਮਹੀਨੇ 'ਚ, ਉਦੋਂ ਤੋਂ ਹੁਣ ਤੱਕ 10-15 ਵੱਡੀਆਂ ਇਹੋ ਜਿਹੀਆਂ ਖਬਰਾਂ ਆਪਾਂ ਪੜ੍ਹ ਚੁੱਕੇ ਆ ਕਿ ਜਿਹੜੇ ਪਾਕਿਸਤਾਨ ਇਧਰੋਂ ਜਾਂਦੇ ਸੀ ਬੱਚੇ, ਉਹਨਾਂ ਨੂੰ ਫੜ ਕੇ ਕਹਿੰਦੇ ਤੁਸੀਂ ਜਸੂਸ ਹੋ, ਇੰਡੀਆ ਦੇ ਜਸੂਸ। ਉੱਥੇ ਜਸੂਸੀ ਕਰਦੇ ਸੀ, ਇੰਡੀਆ ਦੇ ਵਿੱਚ ਪਾਕਿਸਤਾਨ ਲਈ ਜਸੂਸੀ ਕਰਦੇ ਸੀ। ਇਸ ਤਰੀਕੇ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਤੁਸੀਂ ਕਦੇ ਭੁੱਲ ਕੇ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਤੁਹਾਡੇ ਗੁਰਧਾਮ ਨੇ ਜਾਂ ਤੁਹਾਡੀ ਵਿਰਾਸਤ ਆ ਜਿਹੜੀ, ਜਾਂ ਤੁਹਾਡੇ ਉਧਰ ਜਿਹੜੇ ਦੁੱਖ ਨੇ, ਉਹਨਾਂ ਦੀ ਕਿਤੇ ਬਾਤ ਨਹੀਂ ਪਾਉਣੀ। ਸੋ ਇਸ ਮਾਹੌਲ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਇਹੋ ਜਿਹੀਆਂ ਕਹਾਣੀਆਂ ਲੋਕਾਂ ਨੇ ਦਰਦ ਬਿਆਨ ਕੀਤਾ। ਤੇ ਇਸ ਦੌਰ ਵਿੱਚ ਜਦੋਂ ਆਪਾਂ ਫੇਰ ਹਿੰਦੂ ਤੋਂ, ਬਾਹਮਣ ਤੋਂ ਦੁਖੀ ਆ, ਤਾਂ ਸਾਰਾ ਕੁਝ ਚੇਤੇ ਆਉਂਦਾ। ਇਹ ਚੇਤੇ ਆਉਂਦਾ ਕਿ ਮਿਸਟਰ ਜਨਾਹ ਤਾਂ ਕਹਿੰਦਾ ਹੁੰਦਾ ਸੀ ਵੀ ਤੁਸੀਂ ਯਾਰ ਆਪਦਾ ਰਾਜ ਲੈਣ ਦੀ ਗੱਲ ਕਰੋ, ਤੁਸੀਂ ਸਾਡਾ ਪਾਕਿਸਤਾਨ ਦਾ ਵਿਰੋਧ ਕਿਉਂ ਕਰਦੇ ਹੋ? ਪਾਕਿਸਤਾਨ ਤਾਂ ਬਣ ਹੀ ਜਾਣਾ, ਤੁਸੀਂ ਵੀ ਆਪਦਾ ਕੁਝ ਬਣਾ ਲਓ। ਜਾਂ ਉਹ ਕਹਿੰਦਾ ਸੀ ਤੁਸੀਂ ਇਹਨਾਂ ਨੂੰ ਸਰਦਾਰੋ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ। ਤੇ ਅੱਜ ਸਮਝ ਲੱਗਦੀ ਆ ਵੀ ਉਹਨਾਂ ਨੂੰ ਕੀ ਵਿਆਖ ਪਿਆ ਸੀ ਜਿਹਦੀ ਕਰਕੇ ਉਹ ਕਹਿੰਦੇ ਚਾਹੇ 2 ਕਨਾਲ ਦਾ ਹੀ ਪਾਕਿਸਤਾਨ ਬਣੇ,
ਪਰ ਲੈਣਾ ਜ਼ਰੂਰ। ਸੋ ਜਿਵੇਂ ਕਹਿੰਦੇ ਆ ਨਾ ਵੀ ਚਾਹੇ ਮੰਜੀ ਡਾਉਣ ਜੋਗੀ ਥਾਂ ਹੋਵੇ ਪਰ ਆਪ ਦੀ ਹੋ, ਆਪਾਂ ਤਾਂ ਸਿਆਪਾ ਹੀ ਗਲ ਪਾ ਲਿਆ। ਹੁਣ ਅੱਜ ਮੈਂ ਸਰਦਾਰ ਜਸਪਾਲ ਸਿੰਘ ਸਿੱਧੂ ਦੀ ਜਗਤਾਰ ਸਿੰਘ ਭੁੱਲਰ ਨਾਲ ਵਾਰਤਾ ਸੁਣ ਰਿਹਾ ਸੀ, ਬੜਾ ਮਨ ਦੁਖੀ ਹੋਇਆ। ਉਹਨਾਂ ਦੀ ਚਰਚਾ ਸੀ ਕਿ 1947 ਤੋਂ ਪਹਿਲਾਂ ਜਿਹੜੀ ਫੌਜੀ ਸ਼ਕਤੀ ਸੀ ਜਾਂ ਜਿਹੜੀ ਬਾਹੂਬਲ ਸੀ ਜਾਂ ਤਾਕਤ ਸੀ, ਉਹਦੇ ਹਿਸਾਬ ਨਾਲ ਪੰਜਾਬੀ ਮੁਸਲਮਾਨ ਤੇ ਪੰਜਾਬੀ ਜਿਹੜਾ ਸਿੱਖ ਸੀ ਜਾਂ ਪੰਜਾਬ ਆ ਸਾਰਾ ਮਹਾਂ ਪੰਜਾਬ ਬਹੁਤ ਵੱਡਾ ਪੰਜਾਬ ਸੀ, ਇੱਥੇ ਸਭ ਤੋਂ ਵੱਧ ਫੌਜੀ ਸੀ। ਤੇ ਇਸ ਇਲਾਕੇ ਦੇ ਲੋਕਾਂ ਨੂੰ ਲੱਗਦਾ ਸੀਗਾ ਕਿ ਅਸੀਂ ਤਾਂ ਬੜੇ ਵਧੀਆ ਰਵਾਂਗੇ ਜਦੋਂ ਅੰਗਰੇਜ਼ ਚਲੇ ਗਏ, ਕਿਉਂਕਿ 1947 ਤੋਂ ਪਹਿਲਾਂ ਇਸ ਖਿੱਤੇ ਵਿੱਚ ਇਸ ਇਲਾਕੇ 'ਚ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਵੋਟਾਂ ਬਾਟਾਂ ਦਾ ਕੋਈ ਡਰਾਮਾ ਆਊਗਾ ਜਿਹਦੇ ਨਾਲ ਉਹ ਹਿੰਦੂ ਕੌਮ ਜਿਹੜੀ ਸਭ ਤੋਂ ਲੰਡੂ ਸਾਬਤ ਹੋਈ ਆ ਸਾਰੇ ਇਤਿਹਾਸ ਵਿੱਚ, ਉਹ ਮਾਲਕ ਬਣ ਕੇ ਬਹਿ ਜੂ। ਕਿਸੇ ਨੂੰ ਚੇਤਾ ਨਹੀਂ। ਤੇ ਪਹਿਲਾਂ ਸ਼ਾਇਦ ਸਾਡੇ ਬੰਦਿਆਂ ਨੂੰ ਵੀ ਲੱਗਦਾ ਹੋਵੇ ਵੀ ਵੋਟਾਂ ਪਿਆ ਕਰਨਗੀਆਂ, ਆਪਾਂ ਵੀ ਤਾਂ ਐਮਐਲਏ ਐਮਪੀ ਬਣਿਆ ਹੀ ਕਰਾਂਗੇ। ਪਰ ਜਦੋਂ ਇਹ ਸਾਰੇ ਖੇਡੇ ਦੇ, ਇਹ ਖੇਡਾ ਹੀ ਹੈ ਲੋਕਤੰਤਰ ਦਾ ਛੁਣਛਣਾ, ਇਹ ਜਦੋਂ ਇਹਦੇ ਰੰਗ ਢੰਗ ਨਜ਼ਰ ਆਏ ਸਾਹਮਣੇ, ਸਮਝ ਲੱਗੀ ਹੁਣ ਸਭ ਨੂੰ ਹੀ ਪਤਾ ਕਿ ਚਾਹੇ ਆਪਾਂ ਸਾਰੀ ਕੌਮ ਪੂਰਾ ਜ਼ੋਰ ਲਾ ਲਵੇ, ਜਿੰਨੇ ਕੈਨੇਡਾ ਅਮਰੀਕਾ 'ਚ ਬੈਠੇ ਆ ਜਿੰਨੇ ਮਰਜ਼ੀ ਰਿਪੋਰਟ ਇਕੱਠੇ ਕਰਕੇ ਭੇਜ ਦੇਣ ਵੀ ਆ ਚੱਕੋ ਜੇ ਇੱਕ ਇੱਕ ਸੀਟ ਤੇ ਚਾਹੇ 100 ਕਰੋੜ ਖਰਚਣਾ ਪੈ ਜੇ, ਆਪਾਂ ਕਦੇ 20 ਤੋਂ ਵੱਧ ਐਮਪੀ ਪਾਰਲੀਮੈਂਟ 'ਚ ਨਹੀਂ ਭੇਜ ਸਕਦੇ ਪੱਗਾਂ ਦਾੜੇ ਵਾਲੇ। ਉਹਨਾਂ ਚੋਂ 10 ਕੁ ਤਾਂ ਪਹਿਲੋਂ ਹੀ ਭਾਰਤ ਮਾਤਾ ਕੀ ਜੈ ਵਾਲੇ ਹੋਣੇ ਆ, ਜਿਹੜੇ ਬਾਕੀ 10 ਨੇ ਉਹਨਾਂ ਵਿੱਚੋਂ ਵੀ ਕਿਸੇ ਦੀ ਕੀ ਗਰੰਟੀ ਆ ਵੀ ਉਹ ਕੌਮ ਦੇ ਮੁੱਦੇ ਤੇ ਖੜਾ ਰਹੂ? ਕੋਈ ਵਿਰਲਾ ਹੀ ਹੈ, ਕੋਈ ਵਿਰਲਾ ਹੀ ਰਹਿ ਸਕਦਾ, ਕਿਉਂਕਿ ਉਹਨਾਂ ਕੋਲ ਤੁਹਾਨੂੰ ਦੇਣ ਲਈ, ਤੁਹਾਡੀ ਜ਼ਮੀਰ ਮਾਰਨ ਲਈ, ਤੁਹਾਨੂੰ ਕੈਟ ਟਾਊਟ ਗਦਾਰ ਬਣਾਉਣ ਲਈ ਬਹੁਤ ਕੁਛ। 1947 ਤੋਂ ਹੁਣ ਤੱਕ ਜਿਹੜੇ ਸਾਡੇ ਆਗੂ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਲੀਡਰਸ਼ਿਪ, ਜੇ ਉਹ ਕੌਮ ਦੀ ਗੱਲ, ਪੰਥ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਕਰਾਉਂਦੀ, ਖਿੱਚਦੀ ਧੂੰਦੀ ਕਦੇ ਕਿਸੇ ਗੱਲ ਤੇ ਪਹੁੰਚੀ ਆ ਤੇ ਗਾਂ ਕੁਝ ਲੈ ਨਹੀਂ ਸਕੀ, ਤਾਂ ਇਹਦੇ ਪਿੱਛੇ ਇਹੀ ਆ ਬਈ ਉਹਨਾਂ ਕੋਲੇ ਦੇਣ ਨੂੰ ਬੜਾ ਕੁਛ ਆ, ਤੇ ਜਿਹੜਾ ਜਿਹਦੀ ਝੋਲੀ ਖਾਲੀ ਹੋਵੇ ਉਹਨੂੰ ਤਾਂ ਲੱਗਦਾ ਲੈ ਬਈ ਆ ਤਾਂ ਗੱਲ ਬਣ। ਨਾਲੇ ਗੁਲਾਮ ਕੌਮਾਂ ਨੂੰ ਬਹੁਤ ਕੁਝ ਇਹੋ ਜਿਹਾ ਰੋਗ ਲੱਗ ਜਾਂਦੇ ਹੁੰਦੇ ਨੇ, ਜਿਵੇਂ ਕਿਸੇ ਲੰਡੂ ਜਿਹੇ ਬੰਦੇ ਨੂੰ ਹੋਮਗਾਰਡ ਵਾਲਾ 2 ਵਾਰੀ ਹੱਥ ਮਿਲਾ ਜੇ ਨਾ, ਉਹ ਸਾਰੀ ਗਲੀ ਦਾ ਜੌਣਾ ਦੁੱਭਰ ਕਰ ਦਿੰਦਾ ਵੀ ਆਪਣੀ ਤਾਂ ਥਾਣੇ 'ਚ ਬਹੁਤ ਚੜਾਈ ਆ, ਥਾਣੇ ਵਾਲਾ ਨਾਲ ਸਿੱਧੀ ਗੱਲ ਆ। ਤੇ ਜਿਹੜਾ ਆਜ਼ਾਦ ਬੰਦਾ ਹੁੰਦਾ, ਆਜ਼ਾਦ ਫਿਤਰਤ ਵਾਲਾ, ਮੈਂ ਕਿਤੇ ਪੜ੍ਹਿਆ ਸੀ ਵੀ ਆਜ਼ਾਦ ਜਾਂ ਆਜ਼ਾਦੀ ਦਾ ਜਿਹੜਾ ਜਹੂਰਾ ਨਾ, ਜਿਹੜਾ ਉਹਦਾ ਜਲਾਓ ਆ, ਉਹ ਗੁਲਾਮ ਬੰਦਾ ਕਿਤੇ ਸੋਚ ਹੀ ਨਹੀਂ ਸਕਦਾ। ਅੱਜ ਸਾਡੀ ਕੌਮ ਦੇ ਵਿੱਚ ਜਦੋਂ ਮੈਂ ਗੁਲਾਮੀ ਦੇ ਸ਼ਿਕਾਰ ਹੋਏ ਸਾਡੇ ਭਰਾਵਾਂ ਦੀ ਦੇਖਦਾ, ਨਿੱਕੀ ਨਿੱਕੀ ਗੱਲ ਦੇ ਉੱਤੇ ਇੰਨਾ ਨਿੱਕਾਪਣ, ਇੰਨਾ ਛੋਟਾਪਣ, ਤੇ ਜਦੋਂ ਇਤਿਹਾਸ ਪੜ੍ਹਿਆ ਹੁੰਦਾ ਉਹ ਮਨ 'ਚ ਆਉਂਦਾ ਵੀ ਕਿੱਥੇ ਤੁਸੀਂ ਘੋੜਿਆਂ ਦੀ ਲਿੱਦ ਚੱਕਣ ਵਾਲਿਆਂ ਨੂੰ ਬਾਦਸ਼ਾਹੀਆਂ ਬਖਸ਼ਦੇ ਸੀ ਵੀ ਆ ਲਓ। ਉਹ ਨਵਾਬੀ ਜਿਹੜੀ ਸੂਬਾ ਲਾਹੌਰ ਦੇ ਨੇ ਭੇਜੀ ਸੀ, ਉਹ ਸਿੰਘਾਂ ਦੇ ਦੀਵਾਨ ਦੇ ਵਿੱਚ ਪੈਰਾਂ 'ਚ ਰੁਲਦੀ ਫਿਰਦੀ ਸੀ, ਕੋਈ ਕਹਿੰਦਾ ਨਹੀਂ ਸੀ ਮੈਂ ਦੀਵਾਨ ਵਿੱਚ ਮੈਨੂੰ ਦੀਵਾਨ ਬਣਾ ਦੂ। ਉਹ ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਦੇ ਕੇ ਡੰਗ ਸਾਰੇ। ਤੇ ਉਹਨੇ ਵੀ ਕਹਾ ਇਹ ਕਿਹਾ ਵੀ ਤੁਸੀਂ ਮੈਨੂੰ ਨਵਾਬ ਬਣਾਉਣਾ ਬਣਾ ਲਓ, ਨਹੀਂ ਬਣਾਉਣਾ ਨਾ ਬਣਾ ਲਓ, ਪਰ ਮੈਂ ਘੋੜਿਆਂ ਦੀ ਲਿੱਦ ਚੱਕਣੋਂ ਨਹੀਂ ਹਟਣਾ। ਨਵਾਬ ਕਪੂਰ ਸਿੰਘ। ਸਾਡਾ ਅਖਲਾਕ ਇੰਨਾ ਉੱਚਾ ਸੀ, ਇੰਨਾ ਵੱਡਾ ਸੀ ਵੀ ਜਦੋਂ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਰੇ ਸਾਥੀਆਂ ਦੀਆਂ ਸ਼ਹਾਦਤਾਂ ਦਾ ਪੜ੍ਹਦੇ ਆ ਨਾ ਜ਼ਿਕਰ, ਇੱਕ ਨਹੀਂ ਡੋਲਿਆ। ਕਮਾਲ ਕਰਤੀ ਗੁਰੂ ਦੇ ਸਿੰਘਾਂ ਨੇ। ਫਿਰ 1716 ਤੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਸਾਰਾ ਭਾਣਾ ਵਾਪਰਦਾ, ਅਗਲੇ 30-35 ਸਾਲ
ਕੌਮ ਦੇ ਉੱਤੇ ਬਹੁਤ ਭਾਰੀ ਭਿਆਨਕ ਵਕਤ ਸੀ ਉਹ। ਪਰ ਸਿੱਖ ਕਾਹਦੇ ਸਿਰ ਦੇ ਉੱਤੇ ਖੜੇ ਰਹੇ, ਸਿੱਖੀ ਕਾਹਦੇ ਸਿਰ ਤੇ ਅਡੋਲ ਰਹੀ? ਉਹ ਗੁਰੂ ਦੀ ਬਖਸ਼ਿਸ਼ ਤਾਂ ਸੀ, ਪਰ ਸਿੱਖਾਂ ਦਾ ਆਪਣੇ ਧਰਮ ਵਿੱਚ ਭਰੋਸਾ। ਸਿੱਖੀ ਸੈਦਕ ਕੇਸਾਂ ਸਵਾਸਾਂ ਸੰਗ ਨਿਭਾਏ। ਜਦੋਂ ਆਪਾਂ ਅਰਦਾਸ ਦਾ ਦੂਜਾ ਪਹਿਰਾ ਪੜ੍ਹਦੇ ਆ ਨਾ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚੜਵਾਏ, ਉਹ ਸਾਰਾ ਤੁਸੀਂ ਕਿਤੇ ਉਹ ਸਾਰਾ ਪੜ੍ਹੋ ਸਹੀ। ਇੱਕ ਸਰਦਾਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਆ ਅਰਦਾਸ, ਉਹਦੇ ਵਿੱਚ ਕੱਲੇ ਕੱਲੇ ਸ਼ਬਦ ਦਾ, ਜਿਹੜੇ ਅਰਦਾਸ ਕਿਤਾਬ ਦੇ ਅਰਦਾਸ ਦੇ ਆਪਣੀ ਦੇ ਸ਼ਬਦ ਨੇ, ਹਰੇਕ ਸ਼ਬਦ ਦੀ ਵਿਆਖਿਆ ਕੀਤੀ ਹੋਈ। ਜਦੋਂ ਆਪਾਂ ਉਹ ਵਿਆਖਿਆ ਪੜ੍ਹਦੇ ਹਾਂ, ਆਪਾਂ ਨੂੰ ਪਤਾ ਲੱਗਦਾ ਕਿ ਅਰਦਾਸ ਦਾ ਬਹੁਤਾ ਵੱਡਾ ਹਿੱਸਾ ਕਿਹੜੇ ਵੇਲੇ ਦਾ ਵਾ? ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲਾਂ ਦਾ ਰਾਜ ਭਾਗ ਤੱਕ ਦਾ ਜਿਹੜਾ ਉਹ 70-80-100 ਸਾਲ ਦਾ ਵਕਤ, ਤੇ ਉਹਨਾਂ ਵੇਲਿਆਂ ਦੇ ਵਿੱਚ ਸਿੱਖਾਂ ਦਾ ਕਿਰਦਾਰ, ਓਹੋ, ਦੁਸ਼ਮਣ ਅਬਦਾਲੀ ਵਰਗਾ ਚੜ ਕੇ ਆਇਆ, ਨਾਲ ਲਿਆਇਆ ਆਪਦੇ ਵੀ ਤੂੰ ਲਿਖੀ ਮੈਂ ਕਿਵੇਂ ਸਿੱਖਾਂ ਦੇ ਉੱਤੇ ਜ਼ੁਲਮ ਕਰਦਾ। ਤੇ ਉਹਨੇ ਕੀ ਲਿਖਿਆ? ਕਹਿੰਦਾ ਇਹ ਤਾਂ ਬੱਬਰ ਸ਼ੇਰ ਨੇ, ਜਨਾਨੀ ਵੱਲ ਤਾਂ ਝਾਕਦੇ ਹੀ ਨਹੀਂ, ਜਨਾਨੀ ਦਾ ਧਨ ਦੌਲਤ ਲੈਣ, ਔਰ ਐਡੇ ਬੱਬਰ ਸ਼ੇਰ। ਉਹ ਜੋ ਉਹਨੇ ਲਿਖਿਆ ਕਾਜੀ ਨੂਰ ਮੁਹੰਮਦ ਨੇ, ਕਮਾਲ। ਤੇ ਇੱਕ ਵਾਰੀ ਅਹਿਮਦ ਸ਼ਾਹ ਅਬਦਾਲੀ ਦਾ ਚਾਚਾ ਸੀ ਸ਼ਾਇਦ ਉਹ, ਸਰ ਬੁਲੰਦ ਖਾਨ, ਉਹ ਫੜ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਡੇਰੇ ਬਾਬਾ ਚੜ੍ਹਤ ਸਿੰਘ ਨੂੰ ਉਹ ਸਰ ਬੁਲੰਦ ਖਾਨ ਕਹਿੰਦਾ ਵੀ ਮੈਨੂੰ ਧੂਹੀ ਫਿਰਦਾ ਨਾਲ, ਜਿੱਥੇ ਜਿੱਥੇ ਜਾਨਾ ਰੋਟੀ ਪਾਣੀ ਮੈਨੂੰ ਵਧੀਆ ਸੇਵਾ ਕਰਨਾ। ਤੇ ਕੀ ਚੱਕਰ ਕੀ ਆ? ਉਹ ਕਹਿੰਦਾ ਆਪਾਂ ਦੁਨੀਆ ਨੂੰ ਦਿਖਾਉਣਾ ਵੀ ਅਬਦਾਲੀ ਦਾ ਚਾਚਾ ਫੜਿਆ ਹੋਇਆ ਉਹਨਾਂ ਨੇ। ਉਹ ਕਹਿੰਦਾ ਜੇ ਤੂੰ ਛੱਡ ਦੇਵੇਂ ਫਿਰ ਤੇਰੀ ਹੋਰ ਵੀ ਬੱਲੇ ਬੱਲੇ ਹੋਊਗੀ ਵੀ ਫੜਿਆ ਸੀ ਤੇ ਛੱਡਤਾ। ਉਹ ਕਹਿੰਦਾ ਕੋਈ ਗੱਲ ਨਹੀਂ। ਦੱਸੋ, ਜਿਵੇਂ ਦਿੱਲੀ ਅਸੀਂ ਕਹਿੰਦੇ ਆ ਨਾ ਵੀ 16 ਵਾਰ ਜਿੱਤ ਕੇ ਫਿਰ ਛੱਡ ਜਾਂਦੀ, ਕਮਾਲ ਦਾ। ਔਰ ਜਿੱਤਾਂ ਤਾਂ ਸਿੱਖਾਂ ਦੇ ਪੈਰ ਚੁੰਮਦੀਆਂ ਸੀ। ਆ ਸਾਡੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਢਾਡੀ, ਜਾਂ ਉਹਦਾ ਸਾਡੇ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਇੱਥੇ ਕਈ ਵਾਰੀ ਸੋਸ਼ਲ ਮੀਡੀਆ ਤੇ ਪੈ ਜਾਂਦਾ ਕੰਨ, ਉਹਦੇ ਚੋਂ ਕਹਿੰਦਾ ਨਾ ਵੀ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ। ਉਹ ਸੱਚੀ ਮਾਰੀਆਂ ਨੇ ਬਈ, ਸੱਚੀ ਮਾਰੀਆਂ ਨੇ। 18ਵੀਂ ਸਦੀ ਵਿੱਚ ਮੌਤ ਖਾਲਸੇ ਤੋਂ ਜ਼ਿੰਦਗੀ ਮੰਗਦੀ ਹੈ, ਤੇ ਤੇਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ। ਮੌਤ ਭੱਜੀ ਫਿਰਦੀ ਸੀ, ਜਾਨ ਲਕਾਉਂਦੀ ਫਿਰਦੀ ਸੀ ਖਾਲਸੇ। ਐਡਾ ਕਿਰਦਾਰ, ਐਡੀ ਗੱਲਬਾਤ। ਤੇ ਰਾਜ ਭਾਗ ਜਾਂ ਹੋਰ ਚੀਜ਼ਾਂ ਤਾਂ ਫਿਰ ਗੱਲ ਹੀ ਕੋਈ ਨਹੀਂ। ਆ ਜਿਹੜੇ ਪੱਥਰ ਜੇ ਤੇ ਬਿਠਾ ਕੇ ਉਹ ਰਾਜ ਤਿਲਕ ਕਰਦੇ ਹੁੰਦੇ ਸੀ ਨਾ ਉੱਥੇ ਲਾਲ ਕਿਲੇ 'ਚ, ਸਾਡੇ ਵੱਡੇ ਵਡੇਰੇ ਉੱਥੋਂ ਧੂ ਲਿਆਏ। ਆ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਰਾਮਗੜੀਆ ਬੁੰਗੇ ਦੇ ਵਿੱਚ ਰੱਖਿਆ ਹੋਇਆ ਵੀ ਇੱਥੇ ਬਹਿ ਜਾਓ, ਜਿਹਨੇ ਰਾਜਾ ਬਣਨਾ ਬਾਦਸ਼ਾਹ ਬਣਨਾ, ਲੈ ਬਹਿ ਕੇ ਲਾ ਲਓ ਚਾਹ ਜਿਹਨੇ ਨੂੰ। ਆ ਜਿਹੜਾ ਅਫਗਾਨਿਸਤਾਨ ਦੇ ਵਿੱਚੋਂ ਵੱਡੀਆਂ ਵੱਡੀਆਂ ਚੀਜ਼ਾਂ, ਜਿਹੜੀਆਂ ਮਹਿੰਗੀਆਂ ਆਲੀਸ਼ਾਨ ਸ਼ਾਨਦਾਰ ਚੀਜ਼ਾਂ ਨੇ, ਉਹਨਾਂ ਦੀ ਤਾਂ ਗੱਲ ਚਲੋ ਵੱਖਰੀ ਆ ਵੀ ਤਖਤੇ ਤਊਸ ਤੇ ਫਲਾਨਾ ਧਮਕਾਨਾ। ਪਰ ਇੱਕ ਗੱਲ ਬੜੀ ਕਮਾਲ ਦੀ ਆ, ਚਾਹੇ ਅਬਦਾਲੀ ਆ ਤੇ ਚਾਹੇ ਨਾਦਰ ਸ਼ਾਹ ਆ, ਸਾਰੇ ਭਾਰਤ ਨੂੰ ਲੁੱਟ ਕੇ ਛੱਤਰ ਫੇਰ ਕੇ ਜਦੋਂ ਮੁੜਦੇ ਸੀ, ਇੱਥੇ ਘੇਰ ਲੈਣਾ ਸਿੰਘਾਂ ਨੇ, ਤੇ ਆਪਦਾ 25-30% ਉਹਦੇ ਤੋਂ ਲੁੱਟ ਹੀ ਲੈਂਦੇ। ਫੇਰ ਆ ਜਿਹੜਾ ਸਾਰਾ ਭਾਰਤ ਕਹਿੰਦਾ ਸੀ ਬੜੇ ਮਹਾਨ ਆ, ਇਹਨਾਂ ਨੇ ਨਹੀਂ ਅਬਦਾਲੀ ਤੇ ਨਾਦਰ ਘੇਰ ਲਏ। ਤੇ ਬਾਅਦ ਵਿੱਚ ਜਦੋਂ ਅੱਜ ਪੜ੍ਹੀਦਾ ਸਰਦਾਰ ਹਰੀ ਸਿੰਘ ਨਲੂਆ, ਅਮਰੀਕਾ ਵੀ ਅਫਗਾਨਿਸਤਾਨ ਨੂੰ ਝੁਕਾ ਨਹੀਂ ਸਕਿਆ। ਉੱਥੇ ਰੂਸ ਤੇ ਹੋਰ ਬਹੁਤ ਸਾਰੇ ਮੁਲਕਾਂ ਨੇ ਪਿਛਲੇ 3-4 ਸਦੀਆਂ 'ਚ ਜ਼ੋਰ ਲਾ ਕੇ ਦੇਖ ਲਿਆ, ਪਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਕਮਾਲ ਕਰ। ਸੋ ਜਿਹੜੇ ਸਾਡੇ ਪੁਰਖੇ, ਸਾਡੇ ਵੱਡੇ ਵਡੇਰੇ ਜਿਸ ਤਰੀਕੇ ਦੇ ਇਤਿਹਾਸ ਨੂੰ ਸਿਰਜ ਕੇ ਗਏ ਨੇ, ਜਿਸ ਤਰੀਕੇ ਦੇ ਕਿਰਦਾਰ ਦੀ
ਬਾਤ ਪਾ ਕੇ ਗਏ ਨੇ। ਅੱਜ 1947 ਤੋਂ ਬਾਅਦ ਅਸੀਂ ਗਰਕ ਗਏ। ਅੱਜ ਤਾਂ ਸਾਡੀ ਕੌਮ ਦੇ ਲਈ ਜਾਨਾਂ ਵਾਰਨ ਵਾਲੇ, ਹੁਣੇ ਦੀ ਗੱਲ ਹੈ ਨਾ, ਸਰਦਾਰ ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸੀ, ਇੰਨੇ ਨੇਕ ਤੇ ਗੁਰਸਿੱਖ ਭਰਾ ਸਾਡੇ, ਬਾਤਾਂ ਹੀ ਕੁਛ ਹੋਰ। ਤੇ ਭਾਈ ਅਮਰੀਕ ਸਿੰਘ, ਉਹਨਾਂ ਦੀ ਬੇਟੀ ਨੂੰ, ਚਲੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬਾਦਲ ਵਿਰੋਧੀ ਅਕਾਲੀ ਆ, ਉਹਨਾਂ ਨੇ ਪੰਥਕ ਕੌਂਸਲ ਦਾ ਧਾਰਮਿਕ ਖੇਤਰ ਦੇ ਵਿੱਚ ਸੇਵਾ ਦਾ ਉਹਨਾਂ ਨੂੰ ਮੌਕਾ ਦਿੱਤਾ। ਵਿਰੋਧ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ, ਕਿਸੇ ਵੀ ਸਿੱਖ ਦਾ, ਕਿਸੇ ਵੀ ਸੀਟ ਤੇ ਬੈਠੇ ਦਾ, ਕਿਸੇ ਫੈਸਲੇ ਕਰਕੇ, ਕਿਸੇ ਗੱਲ ਕਰਕੇ, ਮੇਰਾ ਤੇਰਾ ਕਿਸੇ ਦਾ ਵੀ ਵਿਰੋਧ ਹੋ ਸਕਦਾ। ਪਰ ਬਾਦਲ ਦਲ ਦੇ ਆਈਟੀ ਸੈੱਲ ਵੱਲੋਂ ਜੋ ਇਖਲਾਕਹੀਣ ਟਿੱਪਣੀਆਂ ਬੀਬੀ ਸਤਵੰਤ ਕੌਰ ਬਾਰੇ ਕੀਤੀਆਂ ਜਾ ਰਹੀਆਂ ਨੇ, ਸ਼ਰਮ ਆਉਂਦੀ ਆ ਕਿ ਅਸੀਂ ਤਾਂ ਦੁਸ਼ਮਣ ਦੀਆਂ ਇੱਜ਼ਤਾਂ ਬਚਾਉਂਦੇ ਸੀ। ਫਿਰ ਗਿਆਨੀ ਹਰਪ੍ਰੀਤ ਸਿੰਘ ਹੈ, ਮੰਨ ਲਈ ਗੱਲ ਬਾਦਲ ਦਲ ਵਾਲਿਓ ਵੀ ਬੜਾ ਭੈੜਾ ਬੰਦਾ। ਜੇ ਭੈੜਾ ਸੀ, ਤੁਸੀਂ ਉਹਨੂੰ ਸਾਡੀ ਕੌਮ ਦੇ ਸਭ ਤੋਂ ਪਵਿੱਤਰ ਉੱਚੇ ਅਹੁਦੇ ਤੇ ਕਿਉਂ ਬਿਠਾਈ ਰੱਖਿਆ ਜੀ? ਤੁਸੀਂ ਕਹਿੰਦੇ ਹੋ ਜਥੇਦਾਰ ਤਾਂ ਆਰਐਸਐਸ ਨਾਲ ਰਲ ਗਏ ਸੀ। ਰਲ ਗਏ ਸੀ ਤਾਂ ਬੜੀ ਮਾੜੀ ਗੱਲ ਕੀਤੀ ਜੀ ਉਹਨਾਂ ਨੇ। ਪਰ ਤੁਸੀਂ ਜੇ ਇੰਨਾ ਹੀ ਅਯੋਗ ਆ ਤਾਂ ਗਿਆਨੀ ਰਘਬੀਰ ਸਿੰਘ ਨੂੰ ਹੁਣ ਵੀ ਕਿਉਂ ਹੈੱਡ ਗ੍ਰੰਥੀ ਲਾਤਾ? ਜੇ ਇੰਨਾ ਹੀ ਮਾੜਾ ਹੈ, ਉਹਨੂੰ ਘਰ ਨੂੰ ਤੋਰੋ। ਤੁਸੀਂ ਕਹਿੰਦੇ ਹੋ ਸਾਨੂੰ ਬੜੀ ਤਕਲੀਫ ਆ ਜੀ, ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਇਹਨੇ। ਭਾਈ ਮਾੜੀ ਗੱਲ ਸੀ ਤਾਂ ਉਦਣ ਹੀ 24 ਘੰਟੇ ਦੇ ਵਿੱਚ ਵਿੱਚ ਪੂਰੀ ਕੌਮ ਨੂੰ ਦੱਸ ਦੇ। ਉਹ 2-2.5 ਸਾਲ ਬਾਅਦ ਤੁਹਾਨੂੰ ਚੇਤਾ ਆਇਆ ਜਦੋਂ ਉਹ 2 ਦਸੰਬਰ ਵਾਲਾ ਕਦਮ ਚੱਕ ਲਿਆ। ਹੁਣ ਗਰੇਵਾਲ, ਮਹੇਸ਼ ਇੰਦਰ ਸਿੰਘ ਗਰੇਵਾਲ, ਉਹ ਬੜਾ ਪਿੱਟਣ ਲੱਗਿਆ ਹੋਇਆ। ਕਹਿੰਦਾ ਜੀ ਇੱਕ ਦਿਨ ਇਹਨੇ ਫੋਨ ਕੀਤਾ ਸੀ, ਗਿਆਨੀ ਹਰਪ੍ਰੀਤ ਸਿੰਘ ਨੇ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਤੇ ਅਮਿਤ ਸ਼ਾਹ ਨੂੰ ਕਹਿੰਦਾ ਹੈ ਕਿ ਤੁਸੀਂ ਰਵਨੀਤ ਬਿੱਟੂ ਨੂੰ ਕਿਉਂ ਮੰਤਰੀ ਬਣਾਉਣ ਲੱਗੇ ਹੋਏ? ਹੁਣ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਕਿਸੇ ਵੀ ਸਿੱਖ ਨੇ ਅਮਿਤ ਸ਼ਾਹ ਨੂੰ ਇਹ ਕਿਹਾ ਹੋਵੇ ਕਿ ਤੂੰ ਰਵਨੀਤ ਬਿੱਟੂ ਨੂੰ ਮੰਤਰੀ ਬਣਾ, ਫਿਰ ਤਾਂ ਆਪਾਂ ਨੂੰ ਤਕਲੀਫ ਹੋਣੀ ਚਾਹੀਦੀ ਆ ਕਿ ਬਿਆੰਤੇ ਬੁੱਚੜ ਨੇ ਜੋ ਜ਼ੁਲਮ ਕੀਤਾ ਉਹਦਾ ਇਹ ਪੋਤਾ ਵਾ ਰਵਨੀਤ ਬਿੱਟੂ, ਤੂੰ ਇਹਨੂੰ ਮੰਤਰੀ ਬਣਾਉਣ ਦੀਆਂ ਸਿਫਾਰਿਸ਼ਾਂ ਕਾਹਤੋਂ ਲਾਉਂਦਾ ਫਿਰਦਾ? ਜਾਂ ਰਵਨੀਤ ਬਿੱਟੂ ਸਿੱਖ ਜਜ਼ਬਾਤ ਦੇ ਉਲਟ ਬਹੁਤ ਜ਼ਿਆਦਾ ਬੋਲਦਾ। ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ ਚੱਲਿਆ, ਜਿੰਨੀ ਉਹਨੇ ਭਕਾਈ ਮਾਰੀ ਆ, ਕਿਹਨੂੰ ਕੌਣ ਭੁੱਲਿਆ ਜੀ? ਮਜੀਠੀਏ ਦਾ ਤੇ ਰਵਨੀਤ ਬਿੱਟੂ ਦਾ ਮੁਕਾਬਲਾ ਚੱਲਦਾ ਹੁੰਦਾ ਸੀ, ਬਹੁਤ ਗੰਦ ਪਾਇਆ ਦੋਨੋਂ। ਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਇਹ ਜੋ ਬੰਦੇ ਨੂੰ ਤੁਸੀਂ ਮੰਤਰੀ ਨਾ ਬਣਾਓ, ਤੇ ਇਹ ਚ ਕੀ ਮਾੜਾ ਕਰਤਾ? ਜੇਕਰ ਉਹਦੇ ਬਤੌਰ ਜਥੇਦਾਰ ਹਰ ਇੱਕ ਬੰਦੇ ਨਾਲ ਉਹਦੇ ਲਿੰਕ ਹੋ ਸਕਦੇ, ਹੁਣ ਜਿਹੜਾ ਆਪਾਂ ਗੜਗੱਜ ਬਣਾਇਆ ਇਹਦੇ ਵੀ ਹੋ ਸਕਦੇ। ਇਹ ਪੋਸਟ ਹੀ ਇਹੋ ਜਿਹੀ ਆ, ਇਹ ਤਾਂ ਗੱਲ ਅਲੱਗ ਰਹੇਗੀ ਜਥੇਦਾਰ ਦੀ ਪੋਸਟ ਦੀ। ਮੈਂ ਦਾਅਵੇ ਨਾਲ ਕਹਿਣਾ ਕਿ ਸ਼੍ਰੋਮਣੀ ਕਮੇਟੀ ਦਾ ਸਕੱਤਰ ਤੇ ਪਹਿਲੇ 20 ਅਹੁਦੇ, ਸ਼੍ਰੋਮਣੀ ਕਮੇਟੀ ਦਾ ਸਕੱਤਰ ਤੇ ਪਹਿਲੇ 20 ਅਹੁਦੇ ਏਜੰਸੀਆਂ ਨਾਲ ਮਿਲੀ ਭੁਗਤ ਬਗੈਰ ਰਹਿ ਹੀ ਨਹੀਂ ਸਕਦੇ। ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ ਦਰਬਾਰ ਸਾਹਿਬ ਕੰਪਲੈਕਸ ਵਿੱਚ, ਹਰ ਵੇਲੇ ਏਜੰਸੀਆਂ ਦਾ ਪੂਰਾ ਉੱਥੇ ਜ਼ੋਰ। ਤੇ ਜੇਕਰ ਕੋਈ ਬੰਦਾ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਸਹੀ ਗੱਲ ਕਰ ਰਿਹਾ ਹੋਵੇ, ਉਹਦਾ ਤਾਂ ਸਾਨੂੰ ਸਤਿਕਾਰ ਕਰਨਾ ਚਾਹੀਦਾ ਵੀ ਸ਼ੁਕਰ ਆ ਇੰਨੇ ਗੰਦੇ ਸਿਸਟਮ 'ਚ, ਇੰਨੇ ਗੰਦੇ ਮਾਹੌਲ ਵਿੱਚ ਵੀ ਇਹ ਸਹੀ ਗੱਲ ਕਰੀ ਜਾਵੇ। ਪਰ ਇਹ ਕਹਿੰਦੇ ਜੀ ਬੜਾ ਮਾੜਾ। ਚਲੋ ਮੰਨ ਲਈ ਗੱਲ ਕਿ ਗਿਆਨੀ ਹਰਪ੍ਰੀਤ ਸਿੰਘ ਬੜਾ ਭੈੜਾ ਬੰਦਾ, ਤੇ ਲੋਕਾਂ ਨੇ ਤਾਂ ਉਹਨੂੰ ਲਾਇਆ ਨਹੀਂ, ਬਾਦਲ ਦਲ ਨੇ ਉਹਨੂੰ ਜਥੇਦਾਰ ਲਾਇਆ। ਬਾਦਲ ਦਲ ਨੇ ਕਿਹਾ ਵੀ ਅਸੀਂ ਪੇਸ਼ ਹੋਣਾ, ਬਾਦਲ ਦਲ ਦੇ ਨਾਲ ਹੀ ਉਹਦਾ ਕੀ ਰੌਲਾ ਹੈ। ਤੇ ਅੱਜ ਸਾਰੀ ਕੌਮ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਗੱਲਾਂ ਹੋ ਰਹੀਆਂ।
ਅਸੀਂ ਕੀ ਲੈਣਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਿਹੜੀ ਜਾਤ ਆ। ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਖਾਲਸਾ ਕਿਸੇ ਨਾਲ, ਸਿੱਖ ਕੌਮ ਕਿਸੇ ਨਾਲ ਉਹਦੀ ਜਾਤ ਦੇ ਆਧਾਰ ਤੇ ਵਿਤਕਰਾ ਨਹੀਂ ਕਰਦੀ। ਜਦੋਂ ਉਹਨੂੰ ਜਥੇਦਾਰ ਲਾਇਆ ਸੀ ਬਾਦਲ ਦਲ ਵਾਲਿਓ, ਉਦੋਂ ਚੇਤੇ ਕਰਨਾ ਸੀਗਾ ਵੀ ਉਹ ਗੰਦਾ ਆ, ਮਾੜਾ ਆ, ਅਖਲਾਕਹੀਣ ਆ, ਉਹਦੀ ਸਾਲੀ ਦਾ ਰੌਲਾ, ਉਹਦੀ ਫਲਾਨੀ ਜਾਤ ਆ, ਨਾ ਲਾਉਂਦੇ ਯਾਰ ਉਹਨੂੰ। ਹੁਣ ਪੂਰੀ ਕੌਮ ਦੀ ਹੇਠੀ ਕਰ ਰਹੇ ਹੋ। ਬਾਦਲਾਂ ਦਾ ਆਈਟੀ ਸੈੱਲ ਲਗਾਤਾਰ ਕਹਿ ਰਿਹਾ ਉਹ ਭਾਟੜਾ, ਉਹ ਭਾਪੜਾ, ਉਹ ਫਲਾਨੀ ਜਾਤ, ਉਹਦੇ ਉਹ ਫਲਾਨੀ। ਇਹ ਕੀ ਹੋ ਕੀ ਰਿਹਾ ਹੈ? ਮੈਨੂੰ ਸ਼ਰਮ ਆਉਂਦੀ ਆ ਉਹਨਾਂ ਫੈਡਰੇਸ਼ਨ ਵਾਲਿਆਂ ਤੇ ਜਿਹੜੇ ਭਾਈ ਅਮਰੀਕ ਸਿੰਘ ਦਾ ਸਾਥ ਸਹਿਯੋਗ ਮਾਣਦੇ ਰਹੇ, ਜਿਹੜੇ ਕਹਿੰਦੇ ਆ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਬਣਿਆ ਹੋਇਆ, ਜਿਹੜੇ ਹੁਣ ਬਾਦਲ ਧੜੇ ਦਾ ਝੰਡਾ ਚੱਕੀ ਫਿਰਦੇ ਆ। ਤੁਸੀਂ ਇਕੱਠੇ ਹੋ ਕੇ ਸੁਖਬੀਰ ਬਾਦਲ ਨੂੰ ਮਿਲ ਕੇ ਇੰਨੀ ਗੱਲ ਵੀ ਨਹੀਂ ਕਹਿ ਸਕਦੇ, ਮਹਿਤੇ ਚਾਵਲੇ ਗਰੇਵਾਲ ਵਰਗੇ, ਕਿ ਬਾਬਾ ਜੀ ਮਹਾਪੁਰਸ਼ੋ ਕਾਹਨੂੰ ਗੰਦ ਪਾਉਣ ਲੱਗੇ ਹੋਏ ਹੋ? ਕਰੋ ਵਿਰੋਧ ਜੰਮ ਕੇ ਗਿਆਨੀ ਹਰਪ੍ਰੀਤ ਸਿੰਘ ਦਾ, ਤੇ ਕਰੋ ਬੀਬੀ ਸਤਵੰਤ ਕੌਰ ਦਾ, ਪਰ ਇੰਨਾ ਕੁ ਦਾ ਖਿਆਲ ਰੱਖ ਲਓ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕੌਮ ਨੂੰ ਜੋ ਉਹਨਾਂ ਦੀ ਘਾਲ ਕਮਾਈ ਹੈ, ਚਿੱਟਾ ਚੋਲਾ। ਕਦੇ ਕਿਤਾਬ ਪੜ੍ਹਿਓ ਗਿਆਨੀ ਬਾਬਾ ਕਰਤਾਰ ਸਿੰਘ ਜੀ ਦੀ ਜੀਵਨੀ, ਉਹ ਕੋਈ ਅੱਜ ਕੱਲ ਦੇ ਸਾਧਾਂ ਵਰਗੇ ਨਹੀਂ ਸੀਗੇ, ਉਹ ਸਿੱਖੀ ਨੂੰ ਪ੍ਰਣਾਈ ਹੋਈ ਸ਼ਖਸੀਅਤ ਸੀ। ਜੇਕਰ ਕਿਸੇ ਇਹੋ ਜਿਹੀ ਸ਼ਖਸੀਅਤ ਨਾਲ ਕਿਸੇ ਨੁਕਤੇ ਤੇ ਵਿਰੋਧ ਵਿਚਾਰਾਂ ਦਾ ਵਖਰੇਵਾਂ ਵੀ ਹੋਵੇ, ਤਾਂ ਵੀ ਆਹ ਗੱਲ ਨਹੀਂ ਚੱਲਣੀ ਚਾਹੀਦੀ ਜਿਹੜੀ ਚੱਲ ਰਹੀ। ਭਾਈ ਅਮਰੀਕ ਸਿੰਘ, ਜੇ ਉਹਨਾਂ ਦਾ ਇਤਿਹਾਸ ਸੁਣੀਏ ਤਾਂ ਮਹਾਪੁਰਸ਼ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਕਹਿੰਦੇ ਸੀ ਵੀ ਨਿਕਲ ਜਾਓ, ਕਿ ਉਹ ਮਹਿਤੇ ਜਾ ਕੇ ਸੇਵਾ ਕਰੋ। ਉਹ ਜਾ ਵੀ ਸਕਦੇ, ਪਰ ਉਹਨਾਂ ਨੇ ਧਰਮ ਹੇਤ ਸੀਸ ਵਾਰਿਆ। ਐਵੇਂ ਨਹੀਂ ਉਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ, ਸੰਤਾਂ ਦੀ ਤਾਂ ਹੁਣ ਲੱਗੀ, ਹੁਣ ਤੇ ਬਹੁਤ ਪਹਿਲਾਂ ਲੱਗ। ਹੁਣ ਜੇਕਰ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਆਪਣਾ ਕੋਈ ਰੌਲਾ, ਭਾਈ ਮਨਜੀਤ ਸਿੰਘ ਆ, ਆਪਾਂ ਉਹਨੂੰ ਬਹੁਤ ਕੁਝ ਕਹਿ ਸਕਦੇ, ਪਰ ਇੱਕ ਮਰਿਆਦਾ, ਇੱਕ ਅਖਲਾਕ, ਇੱਕ ਕਿਰਦਾਰ, ਜਿਹਦੀਆਂ ਬਾਤਾਂ 18ਵੀਂ ਸਦੀ ਚ ਦੁਸ਼ਮਣ ਵੀ ਪਾਉਂਦੇ ਸੀ, ਉਹ ਤਾਂ ਅਸੀਂ ਰੱਖੀਏ ਨਹੀਂ। ਬੀਬੀ ਸਤਵੰਤ ਕੌਰ ਦੇ ਖਿਲਾਫ ਲਿਖਣ ਵੇਲੇ ਜੋ ਕੁਝ ਬਕਵਾਸ ਕੀਤੀ ਜਾ ਰਹੀ ਹੈ, ਜੇ ਅਸੀਂ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਨਹੀਂ ਬਖਸ਼ਦੇ ਤੇ ਹੋਰਾਂ ਨੂੰ ਅਸੀਂ ਕੀ ਲਈ ਬੈਠੇ? ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਅਕਾਲ ਤਖਤ ਰਹੇ ਬੰਦੇ ਨਾਲ ਅਸੀਂ ਕਰ ਰਹੇ ਹਾਂ, ਜੇ ਸੰਤਾਂ ਦੀ ਗੋਦ ਦਾ ਨਿੱਘ ਮੰਨਣ ਵਾਲੇ ਬੰਦੇ ਵੀ ਨਹੀਂ, ਆਹ ਅਕਾਲੀ ਹੁੰਦੇ ਆ। ਬਾਦਲ ਵਾਲੇ ਕਹਿੰਦੇ ਅਸੀਂ ਅਸਲੀ ਅਕਾਲੀ ਆ ਜੀ। ਮੰਨ ਲਈ ਗੱਲ ਜੀ, ਤੁਸੀਂ ਅਸਲੀ ਹੋ, ਮੰਨ ਲਈ ਗੱਲ ਉਹ ਨਕਲੀ ਨੇ। ਜਿਹੜੇ ਤੁਹਾਡੇ ਖਿਲਾਫ ਹੈ ਤਾਂ ਤੁਹਾਡੇ ਚੋਂ ਹੀ ਸੀ। ਢੀਂਡਸਾ, ਭੂੰਦੜ, ਮਾਫ ਕਰਨਾ, ਜਿੰਨੇ ਵੀ ਆ ਹੈਗੇ ਆ ਬਾਦਲ ਦਲ ਦੇ ਵਿਰੋਧੀ, ਇਹ ਬਾਦਲ ਦਲ ਚ ਹੀ ਹੁੰਦੇ ਸੀ, ਜਿਹੜੇ ਹੁਣ ਗਿਆਨੀ ਹਰਪ੍ਰੀਤ ਸਿੰਘ ਨਾਲ ਆ। ਕੱਲ ਨੂੰ ਤੁਸੀਂ ਫੇਰ ਇਕੱਠੇ ਹੋ ਜਾਣਾ। ਬਾਦਲ ਤੇ ਚੌੜਾ 100 ਵਾਰ ਲੜਿਆ ਸਾਡੇ ਸਾਹਮਣੇ। ਅਸੀਂ ਤੁਹਾਡਾ ਕੀ ਆਚਾਰ ਪਾਉਣਾ ਜੀ? ਤੁਸੀਂ ਤਾਂ ਕੌਮ ਦੀ ਹੇਠੀ ਕਰਦੇ ਹੋ, ਲੜਦੇ ਹੋ। ਤੁਹਾਡੇ ਇਸੇ ਰੰਡੀ ਰੋਣੇ ਨੇ ਪੰਜਾਬ ਕੱਟਿਆ ਪਿਆ, ਪੰਥ ਨੂੰ ਦੁਰਗਤੀ ਕੀਤੀ ਪਈ। ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਅੱਜ ਆ ਮੂਹਰੇ ਬੈਠਾ ਭਗਵੰਤ ਮਾਨ ਕਿਸੇ ਪ੍ਰੋਗਰਾਮ 'ਚ, ਤੇ ਮਨੀਸ਼ ਸਿਸੋਦੀਆ ਉਹ ਗੰਜਾ ਜਿਹਾ ਸਟੇਜ ਤੋਂ ਬੋਲ ਰਿਹਾ, ਮੂਹਰੇ ਉਹਦੇ ਸਿੱਖ ਸਰਦਾਰ ਬੈਠੇ ਆ, ਤੇ ਉਹ ਸਾਰਿਆਂ ਨੂੰ ਕਹਿ ਰਿਹਾ ਵੀ 2027 ਦੀ ਇਲੈਕਸ਼ਨ ਜਿੱਤਣੀ ਹੈ। ਝੂਠ, ਧੋਖਾ, ਹੇਰਾ ਫੇਰੀ, ਗੁੰਡਾਗਰਦੀ, ਬਦਮਾਸ਼ੀ, ਜੋ ਕਰਨਾ ਹੋਵੇ ਕਰੋਗੇ। ਉਹ ਸਾਰੇ ਹੱਸਦੇ ਆ, ਕਹਿੰਦੇ ਜੀ ਕਰਾਂਗੇ। ਜੇ ਅੱਜ ਪੰਜਾਬ ਦੀ ਧਰਤੀ ਉੱਤੇ ਆ ਕੇ ਦਿੱਲੀ ਦਾ ਇੱਕ ਬੰਦਾ, ਜਿਹਦੇ ਉੱਤੇ ਕਈ ਗੜਬੜਾਂ ਦਾ ਦੋਸ਼ ਹੈ, ਉਹ ਆ ਕੇ ਸਾਡੀ ਹੀ ਕੌਮ ਦੇ ਬੰਦਿਆਂ ਨੂੰ ਇਹ ਕਹਿ ਰਿਹਾ, ਤੇ ਉਹ ਕਹਿ ਰਹੇ ਨੇ ਕਿ ਅਸੀਂ ਕਰਾਂਗੇ, ਇਹ ਦਿਨ ਕਿਹਨੇ ਲਿਆਂਦੇ? ਐਡੀ ਹਿੰਮਤ ਪੈ ਕਿਵੇਂ ਜਾਵੇ ਕਿਸੇ ਦੀ ਵੀ ਪੰਜਾਬ ਦੀ ਧਰਤੀ ਉੱਤੇ ਆ ਕੇ ਕਵੇ ਕਿ ਚੱਕ ਦਿਓ ਫੱਟੇ? ਜਿਨ੍ਹਾਂ ਤੇ ਗੁੰਡਾਗਰਦੀ ਦਾ ਸ਼ਿਕਾਰ ਕਿਹਨੇ ਬਣਨਾ? ਉਹ ਸਾਡੇ ਹੀ ਚਾਚੇ ਤਾਏ, ਸਾਡੀਆਂ ਭੂਆ ਭਤੀਜੇ, ਸਾਡੇ ਹੀ ਪੰਜਾਬ ਸਾਡਾ।
ਤੇ ਸਾਡੇ ਹੀ ਬੰਦਿਆਂ ਨੂੰ ਪੰਪ ਮਾਰ ਰਿਹਾ ਹੋ। ਇਹ ਦਿਨ ਕਿਹਦੇ ਕਰਕੇ ਆਏ? ਜੇ ਅਕਾਲੀ ਲੀਡਰਸ਼ਿਪ ਨੇ ਆਪਦਾ ਫਰਜ਼ ਨਹੀਂ ਨਿਭਾਇਆ, ਅਕਾਲੀ ਪੁਣਾ ਤਿਆਗਿਆ, ਜੇ ਕਿਤੇ ਖਾੜਕੂ ਲਹਿਰ ਤੋਂ ਬਾਅਦ 1997 ਚ ਕੀਤੇ ਹੋਏ ਵਾਅਦੇ ਪੂਰੇ ਕਰ ਲੈਂਦੇ, ਅੱਧੇ ਪਚੱਧੇ ਹੀ ਕਰ ਲੈਂਦੇ, ਸਾਨੂੰ ਮੂੰਹ ਰੱਖਣ ਜੋਗਾ ਹੀ ਕਰ ਲੈਂਦੇ, ਇਹ ਕਿਤੇ ਉਹ ਗੱਲ ਬਣ ਜਾਂਦੀ ਤਾਂ ਕਾਹਨੂੰ ਆਹ ਦਿਨ ਦੇਖਦੇ। ਅੱਜ ਜਦੋਂ ਕੌਮ ਗੁੱਸੇ ਚ ਆ, ਜਦੋਂ ਪੰਥ ਗੁੱਸੇ ਚ ਆ ਕਿ ਤੁਸੀਂ ਸੈਣੀ ਵਰਗੇ ਬੁੱਚੜ, ਇਜ਼ਹਾਰ ਆਲਮ ਵਰਗੇ, ਉਮਰਾ ਨੰਗਲ ਵਰਗੇ ਸਿੱਖਾਂ ਦਾ ਤੇ ਸਿੱਖੀ ਦਾ ਹਰ ਦੁਸ਼ਮਣ, ਚਾਹੇ ਉਹ ਸਰਸੇ ਵਾਲਾ ਚਾਹੇ ਪਨਿਆਰੇ, ਤੁਸੀਂ ਹਰੇਕ ਨੂੰ ਜੱਫੀ ਪਾਈ ਰੱਖੀ ਹੈ। ਤੁਸੀਂ ਬਾਹਮਣਵਾਦ ਦੇ ਝੰਡੇ ਚਲਾਏ ਨੇ, ਤੁਸੀਂ ਹਰਚਰਨ ਬੈਂਸ ਵਰਗਾ ਸਲਾਹਕਾਰ ਰੱਖ ਲਿਆ ਜੀ। ਤੇ ਜਿਹੜੀ ਗੱਲ ਸਾਡੇ ਇਤਿਹਾਸ ਵਿੱਚ ਦਰਜ ਵਾ, ਸਰਦਾਰ ਕਪੂਰ ਸਿੰਘ ਬਿਖਮੈ ਅੰਮ੍ਰਿਤ ਲੇਖ ਲਿਖ ਕੇ ਗਏ ਨੇ, ਉਹਦੇ ਚ ਪੂਰੀ ਰਮਾਇਣ ਲਿਖ ਕੇ ਗਏ ਨੇ ਕਿ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਨੂੰ ਸਥਾਪਿਤ ਕਰਨ ਲਈ ਦਿੱਲੀ ਵਾਲਿਆਂ ਨੇ ਕਿਵੇਂ ਕੌਮ ਪ੍ਰਸਤ ਤੇ ਪੰਥ ਪ੍ਰਸਤ ਅਕਾਲੀ ਲੀਡਰਸ਼ਿਪ ਦਾ ਭੋਗ ਪਾਇਆ। ਤੇ ਆ ਬਿਖਮੈ ਅੰਮ੍ਰਿਤ ਕਿਤਾਬ ਆ, ਇਹਦੇ ਵਿੱਚ ਮੋਟੇ ਤੌਰ ਤੇ ਮੂਹਰੇ ਭੂਮਿਕਾ ਚ ਲਿਖਿਆ ਹੋਇਆ ਮਿਲ ਜਾਂਦਾ ਕਿ ਕਹਿੰਦੇ ਬਈ ਜਿਹੜਾ ਅਕਾਲੀ ਦਲ ਹੁਣ ਬਾਅਦ ਵਿੱਚ ਹੋਂਦ ਵਿੱਚ ਆਇਆ, ਜਿਹੜਾ ਸੰਤ ਫਤਿਹ ਸਿੰਘ ਹੁਣਾਂ ਤੋਂ, ਸੰਤ ਚੰਨਣ ਸਿੰਘ ਹੁਣਾਂ ਤੋਂ ਅਕਾਲੀ ਦਲ ਪੈਦਾ ਹੋਇਆ, ਉਹਦੇ ਬਾਰੇ ਸਪਸ਼ਟ ਤੌਰ ਦੇ ਉੱਤੇ ਸਰਦਾਰ ਜੀ ਨੇ ਨਿਰਣਾ ਕੱਢਤਾ ਸੀ ਵੀ ਇਹ ਅਕਾਲੀ ਦਲ ਉਹ ਆ ਜਿਹੜਾ ਅੱਜ ਦੀ ਤਰੀਕ 'ਚ ਜਿਹੜਾ ਰਮਾਇਣ ਦੇ ਅਖੰਡ ਪਾਠ ਕਰਾਉਂਦਾ ਫਿਰਦਾ, ਜਿਹੜਾ ਅਕਾਲੀ ਦਲ ਸਿੱਖਾਂ ਦੇ ਜੜੀ ਬਹਿ ਗਿਆ, ਜਿਹੜਾ ਰਮਾਇਣ ਦੇ ਪਾਠ ਕਰਾਉਂਦਾ, ਹਵਨ ਕਰਾਉਂਦਾ। ਤੁਹਾਨੂੰ ਚੇਤਾ ਇੱਕ ਅਕਾਲੀ ਲੀਡਰ ਨੇ ਹਿੰਦੂ ਸ਼ਿਵ ਸੈਨਾ ਦੇ ਦਫ਼ਤਰ ਦਾ ਉਦਘਾਟਨ ਕੀਤਾ ਸੀ। ਇਹ ਸਾਰਾ ਕੁਝ ਕਿਵੇਂ ਵਾਪਰਿਆ, ਕਿਵੇਂ ਅਕਾਲੀ ਦਲ ਆਪਦੇ ਧੁਰੇ ਤੋਂ ਟੁੱਟਿਆ ਤੇ ਕਿਵੇਂ ਪੰਥ ਦੇ ਦੁਸ਼ਮਣ ਵਜੋਂ ਅਕਾਲੀ ਦਲ ਬਣਿਆ, ਜਿੱਤੋਂ ਖਹਿੜਾ ਛਡਾਉਣ ਲਈ ਅੱਜ ਸਿੱਖ ਕਲਪ ਰਹੇ ਨੇ। ਚਲੋ ਗਿਆਨੀ ਹਰਪ੍ਰੀਤ ਸਿੰਘ ਨੂੰ ਪਰਖ ਲਓ, ਕਦੇ ਕਿਹਨੂੰ ਪਰਖ ਲਓ। ਇਹ ਸਾਰੇ ਕਾਸੇ ਦੇ ਵਿੱਚ ਦੀ ਜਦੋਂ ਆਪਾਂ ਨਿਕਲ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ ਤਾਂ ਉਸ ਮੌਕੇ ਸਭ ਤੋਂ ਮਾੜੀ ਗੱਲ ਇਹ ਕਿ ਜਿਵੇਂ ਮਹੰਤਾਂ ਨੇ ਕੀਤਾ ਸੀ ਨਾ, ਉਦੋਂ ਮੈਨੂੰ ਲੱਗਦਾ ਮਹੰਤ ਵੀ ਨਹੀਂ ਇੰਨਾ ਕਰਕੇ ਹੋਣੇ ਜਦੋਂ ਉਹਨਾਂ ਤੋਂ ਗੁਰਦੁਆਰੇ ਸਿੱਖਾਂ ਨੇ ਆਜ਼ਾਦ ਕਰਨ, ਜਿੰਨਾ ਮਾੜਾ ਹਾਲ ਬਾਦਲ ਕਹਿੰਦੇ ਇਹਨਾਂ ਦਿਨਾਂ 'ਚ ਕੀਤਾ ਹੋਇਆ। ਤੌਬਾ ਕਰਾਈ ਪਈ, ਅਖਲਾਕ ਤੇ ਕਿਰਦਾਰ ਦੇ ਧੱਜੀਆਂ ਉਡਾਤੀਆਂ, ਸੁਆਹ ਪਾ ਰਹੇ ਨੇ ਆਪਦੇ ਸਿਰ। ਇਹ ਜਿਹੜੀ ਸਿਆਸਤਵਾਈ ਸੱਤਾ ਹੈ ਕੁਛ ਨਹੀਂ, ਤੁਸੀਂ ਫੇਰ ਇਕੱਠੇ ਹੋ ਜਾਣਾ, ਪਰ ਇਤਿਹਾਸ ਨੇ, ਇਹ ਤਾਂ ਜਾਤ ਪਾਤ ਨੂੰ ਮੰਨਦੇ ਨੇ, ਇਹ ਕਿਸੇ ਦੀ ਕੀ ਇੱਜ਼ਤ ਕਰਨਗੇ ਤਾਂ ਆਪਦੇ ਸ਼ਹੀਦਾਂ ਦੀਆਂ ਧੀਆਂ ਨੂੰ ਨਹੀਂ ਬਖਸ਼ਦੇ। ਇਹ ਤੁਸੀਂ ਮੋਹਰ ਲਾ ਕੇ ਜਾ ਰਹੇ। ਖੈਰ, ਆਜ਼ਾਦੀ ਦਿਹਾੜਾ ਮਨਾਇਆ ਜੀ, ਬਾਦਲ ਕਿਆਂ ਦੀ ਕਿਰਪਾ ਸਦਕਾ ਇੱਥੇ ਯੂਪੀ ਬਿਹਾਰ ਦੇ ਦੂਜੇ ਸੂਬਿਆਂ ਦੇ ਲੋਕ ਜਿਹੜੇ ਆ ਉਹ ਇੰਨੇ ਘਾ ਚੁੱਕੇ ਨੇ ਪੰਜਾਬ ਦੀ ਧਰਤੀ ਉੱਤੇ। ਅੱਜ ਪੰਜਾਬ ਉਹ ਨਹੀਂ ਰਿਹਾ ਜਿਹੜਾ ਕਹਿੰਦੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਲੁਧਿਆਣੇ ਪ੍ਰੋਗਰਾਮ ਹੋਇਆ, ਲੁਧਿਆਣੇ ਜਿਹੜਾ 15 ਅਗਸਤ ਦਾ ਪ੍ਰੋਗਰਾਮ ਹੋਇਆ, ਉੱਥੇ ਤੁਸੀਂ ਦੇਖੋ ਹਿਮਾਂਸ਼ੂ ਜੈਨ IAS DC ਲੁਧਿਆਣਾ, ਅਮਨ ਅਰੋੜਾ ਜਿਹੜਾ ਝੰਡਾ ਚਲਾਉਣ ਵਾਲਾ, ਵਧੀਕ DC ਰਾਕੇਸ਼ ਕੁਮਾਰ, ਪਾਇਲ ਗੋਇਲ ਸਹਾਇਕ ਕਮਿਸ਼ਨਰ, ਇਹ 4 ਨਾਂ ਇਹਦੇ ਉੱਤੇ ਲਿਖੇ ਹੋਏ ਸੀ। ਜਿਹੜਾ ਅੱਜ ਕਾਰਡ ਉੱਥੇ ਸਾਰਿਆਂ ਨੂੰ ਵੰਡਿਆ ਗਿਆ ਵੀ ਤੁਸੀਂ ਉੱਥੇ ਪਹੁੰਚਣਾ। ਹਿਮਾਂਸ਼ੂ ਜੈਨ, ਅਮਨ ਅਰੋੜਾ, ਰਾਕੇਸ਼ ਕੁਮਾਰ, ਪਾਇਲ ਗੋਇਲ। ਕੋਈ ਹੈਗਾ ਸਿੱਖ? ਆਹ ਦਿਨ ਪੰਜਾਬ ਦੇ ਆ ਚੁੱਕੇ ਨੇ। ਪੰਜਾਬ ਦੇ ਵਿੱਚ ਪੱਗ ਦਾੜਾ ਉੱਡਦਾ ਜਾ ਰਿਹਾ, ਅਸੀਂ ਘੱਟ ਗਿਣਤੀ ਚੁੰਦੇ ਜਾ ਰਹੇ ਹਾਂ, ਸਮਾਗਮਾਂ ਦੇ ਵਿੱਚੋਂ ਸਿੱਖ ਇਰਰੈਲੇਵੈਂਟ ਹੁੰਦੇ ਜਾ ਰਹੇ ਆ। ਇਸ ਮਾਹੌਲ ਨੂੰ ਪੈਦਾ ਕਰਨ ਦੀ ਜੇ ਤਾਂ ਪੰਜਾਬ ਦੇ ਵਿੱਚ ਸੱਤਾ ਮੰਨਣੀ ਆ ਤਾਂ ਅਕਾਲੀ ਬਾਦਲ ਕੇ ਕਹਿੰਦੇ ਆ ਅਸੀਂ ਆ, ਤੇ ਜੇਕਰ ਪੰਜਾਬ ਦੇ ਬੁਰੇ ਹਾਲਾਂ ਲਈ ਕਹੀਏ ਵੀ ਆਹ ਕੀ ਹੋਈ ਜਾਂਦਾ, ਤੇਰੇ ਕਹਿੰਦੇ ਯੂਪੀ ਬਿਹਾਰ ਦੇ ਜੇ ਬੰਦੇ ਇੱਥੇ ਛਾਏ ਹੋਏ ਨੇ, ਇਹਦੇ ਵਿੱਚ ਸਾਡਾ ਕੀ ਦੋਸ਼ ਆ। ਕੱਲ ਪਰਸੋਂ ਜ਼ਰੂਰ ਸੁਖਬੀਰ ਨੇ ਕਿਹਾ ਜੀ ਅਸੀਂ ਕਾਨੂੰਨ ਬਣਾਵਾਂਗੇ,
ਭਾਈ ਜਦੋਂ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਮੌਕੇ ਮੈਨੂੰ ਫੜ ਕੇ ਛਿੱਤਰ ਫੇਰਿਆ ਜਾ ਰਿਹਾ ਸੀ, ਮੈਂ ਖੁਦ ਮੈਨੂੰ ਲੈ ਕੇ ਗਏ ਨੇ ਕਰਨੈਲ ਸਿੰਘ ਪੰਜੋਲੀ, ਚੰਦੂ ਮਾਦਰਾ, ਕੈਪਟਨ ਕਮਲਜੀਤ ਸਿੰਘ ਹੋਣੀ, ਬਾਦਲ ਮੁੱਖ ਮੰਤਰੀ ਸੀ। ਕਿਹਾ ਉਹਨਾਂ ਨੂੰ ਕਿ ਅਸੀਂ ਭਈਆਂ ਦੇ ਜ਼ਰੂਰ ਖਿਲਾਫ ਆ, ਪਰ ਆਹ ਕੰਮ ਨਹੀਂ ਕੀਤਾ। ਉਦੋਂ ਤਾਂ ਤੁਹਾਡੀ ਪੁਲਿਸ ਤੇ ਸਰਕਾਰ ਕਹਿੰਦੀ ਸੀ ਅਸੀਂ ਜੀ ਭਈਆਂ ਦੇ ਬੜੇ ਰਾਖੇ ਆ। ਸੋ ਯੂਪੀ, ਬਿਹਾਰ ਦਾ, ਪੰਜਾਬ ਦੀ ਧਰਤੀ ਉੱਤੇ ਸਿੱਖੀ ਦੇ ਹਰ ਦੁਸ਼ਮਣ ਦੇ ਝੰਡੇ ਚਲਾਉਣੇ ਆ, ਇਹ ਮਿੱਥ, ਇਹ ਗੱਲ ਜਿਨ੍ਹਾਂ ਨੇ ਰੱਖੀ, ਅੱਜ ਉਹ ਕਹਿੰਦੇ ਨੇ ਜੀ ਸਾਨੂੰ ਇੱਕ ਵਾਰੀ ਸੱਤਾ ਦਿਓ, ਇਹ ਸਾਰੇ ਬਾਕੀ ਗਲਤ ਨੇ। ਕੀ ਕਰੀ? ਪਰ ਇਹ ਦੌਰ ਇਹੋ ਜਿਹੇ ਕਈ ਆਏ ਕਈ ਗਏ। ਜਦੋਂ ਦਰਬਾਰ ਸਾਹਿਬ ਦੇ ਵਿੱਚ ਰਾਮ ਰਈਆਂ ਦਾ ਕਬਜ਼ਾ ਹੋ ਗਿਆ ਸੀ, ਧੀਰ ਮੱਲੀਆਂ ਦਾ ਕਬਜ਼ਾ ਹੋ ਗਿਆ ਸੀ, ਉਹ ਵਕਤ ਸੀ। ਨੌਵੇਂ ਪਾਤਸ਼ਾਹ ਵੀ ਅੰਦਰ ਨਹੀਂ ਸੀ ਜਾ ਸਕੇ। ਨੌਵੇਂ ਪਾਤਸ਼ਾਹ ਗੁਰਦੁਆਰਾ ਥੜਾ ਸਾਹਿਬ ਆ ਜਿੱਥੇ, ਇੱਥੋਂ ਹੀ ਬਹਿ ਕੇ ਮੁੜ ਗਏ ਸੀ। ਉਹ ਵਕਤ ਆਇਆ, ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ 1606 ਤੋਂ 1717 ਤੱਕ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਚ ਗੁਰੂ ਤੇ ਖਾਲਸੇ ਨੂੰ ਦਾਖਲ ਨਹੀਂ ਸੀ ਹੋਣ ਦਿੱਤਾ ਗਿਆ। ਪਰ ਅੱਜ ਕੋਈ ਲੱਭਦਾ? ਇਵੇਂ ਹੀ ਸਾਧ ਫਤਿਹ ਸਿੰਘ ਤੇ ਸਾਧ ਚੰਨਣ ਸਿੰਘ ਕਿਤੇ ਲੱਭਦੇ ਆ? ਇਵੇਂ ਹੀ ਆ ਜਿਹੜੇ ਬਾਦਲ ਤੇ ਇਹਨਾਂ ਦੇ ਚੇਲੇ ਚਮਚੇ ਸਿੱਖੀ ਦੀਆਂ ਜੜਾਂ ਵੱਢਣ ਲੱਗੇ ਹੋਏ ਨੇ, ਇਹਨਾਂ ਨੇ ਵੀ ਨਹੀਂ ਲੱਭਣਾ। ਪੰਥ ਸਦਾ ਵਸੇਗਾ। ਇਹ ਸਾਡੀ ਪਰਖ ਹੋ ਰਹੀ ਆ ਇਹਨਾਂ ਦਿਨਾਂ ਚ ਕਿ ਅਸੀਂ ਸਿੱਖੀ ਨਾਲ ਕਿੰਨਾ ਕੁ ਨਿਭਦੇ ਆ। ਸੱਚੇ ਪਾਤਸ਼ਾਹ ਦੇ ਸਨਮੁਖ ਅਰਦਾਸ ਕਰਦੇ ਆ, ਸਿੱਖੀ ਸੈਦਕ ਕੇਸਾ ਸਵਾਸਾ ਸੰਗ ਨਿਭ ਜਾਵੇ ਤੇ ਖਾਲਿਸਤਾਨ ਜਲਦੀ ਤੋਂ ਜਲਦੀ ਹੋਂਦ ਵਿੱਚ ਆਵੇ। ਇੱਥੇ ਸਮਾਪਤੀ ਕਰਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ